ਕਰਾਇਓ ਮਾੜੀ ਆਵਾਜ਼ ਕਰਾ ਦਿਓ। ਵਾਹਿਗੁਰੂ ਪਰਮ ਪੂਜਨੀਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਸਾਹਿਬ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਬੜਭਾਗੀਆਂ ਸਾਰੀ ਸੰਗਤ ਆਪਾਂ ਜੋ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੰਗਤ ਰੂਪ ਦੇ ਅੰਦਰ ਇਕੱਤਰ ਹੋ ਕੇ ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਕੇ ਉਹਨਾਂ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ। ਸਭ ਤੋਂ ਪਹਿਲੋਂ ਸਾਰੀਆਂ ਸੰਗਤਾਂ ਨੂੰ ਪਿਤਾ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖਾਂ ਵਾਰ ਵਧਾਈ ਹੋਵੇ। ਆਪਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਕੀਰਤਨ ਦੁਆਰਾ ਪਾਤਸ਼ਾਹ ਦੀ ਸਿਫਤ ਸੁਣੀ। ਗੁਰਦੁਆਰਾ ਬ੍ਰਹਮ ਮਿਲਣੇ ਕਾ ਚਾਓ ਪੰਜਾਬ ਤੋਂ ਢਾਡੀ ਸਿੰਘਾਂ ਪਾਸੋਂ ਪਾਤਸ਼ਾਹ ਦੀ ਸਿਫਤ ਸਰਵਣ ਕਰ ਰਹੇ ਸੀ। ਕਿੰਨੀ ਕੁ ਕਰ ਸਕਦੇ ਹਾਂ ਸਿਫਤ। ਅੱਲਾ ਯਾਰ ਅੱਖਾਂ ਜੋਗੀ ਜਿਹਦੀ ਇੱਕ ਬਹੁਤ ਲਿਖਤ ਮਸ਼ਹੂਰ ਹੋਈ, ਆਪਾਂ ਸਾਰੇ ਪੜ੍ਹਦੇ ਸੁਣਦੇ ਹਾਂ, ਜਿਨ੍ਹਾਂ ਨੇ ਇਹ ਮੋਤੀਆਂ ਵਰਗੇ ਸ਼ਬਦ ਲਿਖੇ ਕਿ ਹਿੰਦ ਮੈਂ ਏਕ ਹੀ ਤੀਰਥ ਹੈ यात्रा के लिए जहां बाप ने बेटे कटवाए खुदा के लिए। उसे अल्लाह यार खां जोगी ने आ दुनिया वालियां नूं आपां नूं एक बेनती कीती। की बोले? कहंदे इंसाफ करे जी से जमाना। कहंदे आ दुनिया वालिओ जे तुसी दिल ला के इंसाफ करो, इंसाफ करे जी से जमाना तो यकीन है। कहंदे मैनू फेर यकीन आ जे तुसी दिल ला के इंसाफ करो। केड़ा इंसाफ? कह दे के गुरु गोबिंद सिंह का कोई सानी ही नहीं है। करतार की सौगंध नानक की कसम है, जितनी भी हो तारीफ गुरु गोबिंद की वो कम है। एक जीव किन्नी क तारीफ कर सकते हैं। पातशाह दा ऐसा जीवन है ਜਿਹੜੇ ਪਾਸੇ ਨੂੰ ਮਰਜੀ ਝਾਤੀ ਮਾਰ ਲੋ ਪਿਆਰ ਹੀ ਪਿਆਰ ਆਉਂਦਾ। ਜੇ ਵੀਰ ਰਸ ਵੱਲ ਝਾਤੀ ਮਾਰਦੇ ਆ ਤਾਂ ਵੀਰ ਰਸ ਦੀ ਝਲਕ ਪੈਂਦੀ ਆ। ਜੇ ਪਰਉਪਕਾਰ ਵਾਲੇ ਪਾਸੇ ਝਾਤੀ ਮਾਰਦੇ ਆ ਤਾਂ ਪਰਉਪਕਾਰ ਹੀ ਆ ਰਿਹਾ। ਪਾਤਸ਼ਾਹ ਕਿਰਪਾ ਕਰਨ ਆਪਾਂ ਉਹਨਾਂ ਦੀ ਯਾਦ 'ਚ ਜੁੜੇ ਆ, ਕੁਝ ਨਾ ਕੁਝ ਜੀਵਨ ਦਾ ਲਾਹਾ ਲਈਏ। ਗੁਰਮੁਖਾਂ ਪਾਸੋਂ ਆਪਾਂ ਸਰਵਣ ਕਰ ਰਹੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹਦੇ ਲੜ ਆਪਾਂ ਨੂੰ ਲਾ ਕੇ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਦਾ ਪੜ੍ਹਿਆ ਲਿਖਿਆ ਯੁੱਗ, ਬੜਾ ਗਿਆਨ ਆ ਸੰਸਾਰ ਦੇ ਅੰਦਰ, ਬਹੁਤ ਗਿਆਨ ਤੇ ਬਹੁਤ ਸਾਰਾ ਵਿਗਿਆਨ ਵੀ ਆ ਸੰਸਾਰ ਦੇ ਅੰਦਰ। ਨਾ ਗਿਆਨ ਦੀ ਕਮੀ ਤੇ ਨਾ ਦੁਨੀਆ ਦੇ ਅੰਦਰ ਵਿਗਿਆਨ ਦੀ ਕਮੀ। ਪਰ ਕਮੀ ਕਿਹੜੀ ਗੱਲ ਦੀ ਆ? ਸਾਡੇ ਮਨ ਦੀ ਸ਼ਾਂਤੀ ਦੀ ਕਮੀ, ਜਿਹਨੂੰ ਸਾਰਾ ਸੰਸਾਰ ਲੱਭਦਾ ਫਿਰਦਾ। ਕੋਈ ਸੰਸਾਰ ਦੇ ਕਰਮ ਨਾਲ ਜੁੜ ਕੇ ਲੱਭਦਾ ਫਿਰਦਾ, ਜਦੋਂ ਨਹੀਂ ਇਸ ਗੱਲ ਦੀ ਪੂਰਤੀ ਹੁੰਦੀ ਫਿਰ ਧਰਮ ਨਾਲ ਜੁੜ ਕੇ ਲੱਭਦਾ ਫਿਰਦਾ। ਜਿਉਂ-ਜਿਉਂ ਦੁਨੀਆ ਦੇ ਅੰਦਰ ਗਿਆਨ ਔਰ ਵਿਗਿਆਨ ਵੱਧ ਰਿਹਾ, ਜਿੰਨੀ ਕੁ ਸਾਨੂੰ ਉਹਨੇ ਸੁੱਖ ਸਹੂਲਤ ਦਿੱਤੀ, ਉੱਥੇ ਸਾਡੇ ਮਨ ਵੀ ਅਸ਼ਾਂਤ ਹੋ ਰਹੇ ਆ। ਕੋਈ ਬਿਰਲਾ ਇਨਸਾਨ ਹੋਊਗਾ ਜਿਹਦੇ ਕੋਲੇ ਟਿਕਾਊ ਆ, ਜਿਹਦੇ ਕੋਲੇ ਸ਼ਾਂਤੀ ਆ,
ਨਹੀਂ ਤਾਂ ਜਿੱਧਰ ਨੂੰ ਮਰਜੀ ਝਾਤੀ ਮਾਰ ਕੇ ਵੇਖ ਲਓ, ਕਿਸੇ ਦੇ ਜੀਵਨ ਵੱਲ ਝਾਤੀ ਮਾਰਨ ਦੀ ਲੋੜ ਨਹੀਂ, ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲਓ ਕਿ ਅਸੀਂ ਕਿੰਨਾ ਚਿਰ ਸ਼ਾਂਤ ਰਹਿੰਦੇ ਆ। ਜਿੰਨਾ ਚਿਰ ਅਸੀਂ ਆਪਣੇ ਜੀਵਨ ਦੀ ਸਵੈ ਪੜਚੋਲ ਨਹੀਂ ਕਰਦੇ, ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖਦੇ ਕਿ ਕੀ ਜਿਹੜੇ ਸੁੱਖ ਦੀ ਤਲਾਸ਼ ਦੇ ਲਈ ਅਸੀਂ ਭੱਜ ਰਹੇ ਹਾਂ, ਸੁੱਖ ਮਿਲ ਰਿਹਾ ਕਿ ਦਿਨੋਂ ਦਿਨ ਘਟ ਰਿਹਾ। ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿੱਥੇ ਦੁਨੀਆ ਦਾ ਗਿਆਨ ਤੇ ਵਿਗਿਆਨ ਖਤਮ ਹੋ ਜਾਂਦਾ, ਉੱਥੋਂ ਗੁਰੂ ਨਾਨਕ ਦੇ ਘਰ ਦੀ ਗੱਲ ਸ਼ੁਰੂ ਹੁੰਦੀ ਆ। ਫਿਰ ਜੇ ਚਾਹੁੰਦੇ ਆ ਸ਼ਾਂਤ ਹੋਣਾ, ਜੇ ਚਾਹੁੰਦੇ ਆਪਣੇ ਜੀਵਨ ਦਾ ਲਾਹਾ ਲੈਣਾ, ਤਾਂ ਫਿਰ ਗੁਰਮੁਖੋ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਪਊਗੀ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੁਨੀਆ ਦੇ ਅੰਦਰ ਆਪਾਂ ਵਿਚਰਦੇ ਆ, ਸਾਰੇ ਪਾਸੇ ਹਲਚਲ ਮੱਚੀ ਪਈ ਹੈ। ਐਸੇ ਸਾਡੇ ਮਨਾਂ ਦੀ ਹਾਲਤ ਹੈ ਜਿਵੇਂ ਕਿਸੇ ਮਛਲੀ ਨੂੰ ਪਾਣੀ ਚੋਂ ਕੱਢ ਕੇ ਬਾਹਰ ਸੁੱਟ ਦਿਓ, ਤੜਫ ਰਹੀ ਆ ਵਿਚਾਰੀ। ਤੁਹਾਡੇ ਚੋਂ ਕੋਈ ਭਾਗਾਂ ਵਾਲਾ ਹੋ ਜਿਹੜਾ ਨਹੀਂ ਤੜਫ ਰਿਹਾ, ਨਹੀਂ ਤਾਂ ਸਾਰਾ ਸੰਸਾਰ ਹੀ ਤੜਫ ਰਿਹਾ। ਤੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਫਿਰ ਸਾਨੂੰ ਸਮਝਾਉਂਦੀ ਕਿ ਸਾਡੇ ਦੁੱਖ ਦਾ ਕਾਰਨ ਕੀ ਹੈ। ਬੜੇ ਥੋੜੇ ਜਿਹੇ ਸ਼ਬਦਾਂ ਦੇ ਅੰਦਰ ਹੀ ਪਾਤਸ਼ਾਹ ਸਮਝਾ ਦਿੰਦੇ, ਕਹਿੰਦੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਇਹ ਭਾਰਤ ਖੰਡ ਦੀ ਧਰਤੀ ਦੇ ਉੱਪਰ ਪੁਰਾਣਾ ਇਤਿਹਾਸ ਆਪਾਂ ਪੜੋ, ਵੱਡੇ ਵੱਡੇ ਰਾਜੇ ਮਹਾਰਾਜੇ ਅਮੀਰ ਲੋਕ, ਜਦੋਂ ਉਹਨਾਂ ਨੂੰ ਦੁਨੀਆ ਦੇ ਪਦਾਰਥਾਂ ਦੇ ਨਾਲ ਸ਼ਾਂਤੀ ਨਾ ਮਿਲੀ, ਉਹ ਫਿਰ ਧਰਮੀ ਲੋਕਾਂ ਕੋਲੇ ਜਾਂਦੇ, ਉਹਨਾਂ ਨੂੰ ਪੁੱਛਦੇ ਕਿ ਸਾਨੂੰ ਕੋਈ ਰਸਤਾ ਦੱਸੋ ਜੀ, ਸ਼ਾਂਤ ਹੋਣਾ ਚਾਹੁੰਦੇ ਆ। ਉਹ ਫਿਰ ਸਮਝਾਉਂਦੇ ਕਿ ਜੀ ਇੱਕ ਪ੍ਰਮਾਤਮਾ ਨਾਮ ਦੀ ਚੀਜ਼ ਆ, ਜਿਹਦੇ ਹੁਕਮ 'ਚ ਸਾਰੇ ਸੰਸਾਰ ਦਾ ਖੇਡ ਚੱਲ ਰਿਹਾ। ਜੇ ਤੁਸੀਂ ਉਹਨੂੰ ਮਿਲਣਾ ਚਾਹੁੰਦੇ ਆ, ਸੁਖੀ ਹੋਣਾ ਚਾਹੁੰਦੇ ਆ, ਤਾਂ ਉਹਦੇ ਨਾਲ ਜੁੜ ਜਾਓ। ਪਰਮੇਸ਼ਰ ਦਾ ਨਾਮ ਜੇ ਉਹਦੀ ਪ੍ਰਾਪਤੀ ਹੋ ਜੇ ਤਾਂ ਤੁਸੀਂ ਸੁਖੀ ਹੋ ਸਕਦੇ ਹੋ। ਇੱਕ ਤੁਹਾਡੇ ਮਨ ਦੀ ਖੁਰਾਕ ਹੈ ਅੰਮ੍ਰਿਤ, ਜੇ ਉਹਦੀ ਤੁਹਾਨੂੰ ਪ੍ਰਾਪਤੀ ਹੋ ਜੇ ਤਾਂ ਤੁਸੀਂ ਸੁਖੀ ਹੋ ਸਕਦੇ ਹੋ। ਇਹਨਾਂ ਚੀਜ਼ਾਂ ਦੀ ਤਲਾਸ਼ ਦੇ ਲਈ ਲੋਕ ਭੱਜਦੇ ਫਿਰ ਘਰਾਂ ਤੋਂ, ਕੋਈ ਜੰਗਲਾਂ 'ਚ ਜਾਂਦਾ, ਕੋਈ ਪੁੱਠਾ ਲਟਕਦਾ, ਕੋਈ ਜਲ ਧਾਰੇ ਕਰਦਾ, ਕੋਈ ਧੂਈਆਂ ਤਪਾਉਂਦਾ, ਕੋਈ ਆਪਣੇ ਬੱਚਿਆਂ ਨੂੰ ਘਰਵਾਲੀ ਨੂੰ ਛੱਡ ਕੇ ਸੰਨਿਆਸੀ ਹੋ ਜਾਂਦਾ। ਬੜੇ ਸਾਧਨ ਕਰਦੇ ਲੋਕ, ਪਰ ਪੱਲੇ ਕੁਝ ਨਾ ਪੈਂਦਾ। ਸਮਾਂ ਆ ਗਿਆ ਕਲਯੁਗ ਦਾ, ਜਿਹਨੂੰ ਆਪਾਂ ਮਾੜਾ ਕਹਿੰਦੇ ਆ, ਹਾਲਾਤ ਵੇਖ ਕੇ ਮਾੜਾ ਕਹਿੰਦੇ। ਜਦੋਂ ਪਾਤਸ਼ਾਹ ਦੀ ਬਾਣੀ ਪੜ੍ਹਦੇ, ਕਹਿੰਦੇ ਚਾਰੇ ਯੁੱਗਾਂ ਚੋਂ ਚੰਗਾ ਸਤਜੁਗ ਦੁਆਪਰ, ਸਤਜੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਉਤਮੋ ਚੋਹ ਜੁਗਾਂ ਮਾਹੇ। ਕਿਉਂ ਉਤਮਾ ਜੀ? ਇਸ ਯੁੱਗ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੰਸਾਰ ਤੇ ਆਏ, ਪਾਤਸ਼ਾਹੀਆਂ ਆਈਆਂ, ਭਗਤ ਆਏ, ਉਹਨਾਂ ਨੇ ਇੱਕ ਖਜ਼ਾਨਾ ਸਾਨੂੰ ਦਿੱਤਾ, ਜਿਹਦੇ ਅੰਦਰ ਭੇਜ ਦਿੱਤਾ ਗਿਆ ਕਿ ਜਿਹੜੀਆਂ ਚੀਜ਼ਾਂ ਨੂੰ ਬਾਹਰ ਭਾਲਦੇ ਫਿਰਦੇ ਹੋ ਲੱਭਣਗੀਆਂ ਨਹੀਂ। ਫਿਰ ਬੇਨਤੀ ਆਪਾਂ ਕਰਨੀ ਹੁੰਦੀ ਆ, ਪਾਤਸ਼ਾਹ ਕੀ ਕਰੀਏ? ਅੱਜ ਧਾਰਮਿਕ ਸਥਾਨਾਂ ਤੇ ਬੜੀਆਂ ਭੀੜਾਂ ਜੀ, ਚਾਹੇ ਕਿਸੇ ਧਰਮ ਦਾ, ਬਹੁਤ ਭੀੜਾਂ। ਕੀ ਲੱਭਦੇ ਫਿਰਦੇ ਆ ਲੋਕ? ਇਹੀ ਲੱਭਦੇ ਫਿਰਦੇ ਆ ਨਾ ਕਿ ਕਿਸੇ ਨਾ ਕਿਸੇ ਵਿਧੀ ਦੁਆਰਾ ਸਾਡੇ ਮਨ ਨੂੰ ਸੁੱਖ ਮਿਲ ਜੇ, ਕੋਈ ਐਸਾ ਕਰਮ ਹੋ ਜੇ ਸਾਡੇ ਜਿਹੜੇ ਵਿਗੜੇ ਹੋਏ ਕਾਰਜ ਐ ਸਬਰ ਜਾਣ, ਸਾਡੇ ਕਿਸੇ ਕਾਰਜ 'ਚ ਵਿਘਨ ਨਾ ਲੱਗੇ, ਸਾਨੂੰ ਕਿਤੇ ਦੁੱਖ ਦਾ ਸਮਾਂ ਨਾ ਆਵੇ, ਭੱਜੋ ਹੀ ਫਿਰੋ ਜਿੰਨਾ ਮਰਜੀ। ਮਹਾਰਾਜ ਬਾਣੀ ਅੰਦਰ ਸਮਝਾਉਂਦੇ, ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ। ਭਗਤ ਕਬੀਰ ਨੂੰ ਪੁੱਛਿਆ ਸੰਗਤ ਕਰਨ ਵਾਲਿਆਂ ਨੇ, ਕਹਿੰਦੇ ਕਬੀਰ ਸਾਹਿਬ ਬੜੇ ਅੱਛੇ ਵਿਚਾਰ ਆ ਤੁਹਾਡੇ, ਬਈ ਦੁਨੀਆ ਘੱਟ ਮੰਨਦੀ ਆ ਤੁਹਾਡੇ ਕੋਲ। ਉਹ ਕਹਿੰਦੇ ਜੀ ਰਸਤਾ ਹੀ ਔਖਾ। ਕਹਿੰਦੇ ਪੰਡਤਾਂ ਕੋਲੇ ਬਹੁਤ ਜਾਂਦੇ ਆ, ਵਿਦਵਾਨਾਂ ਕੋਲੇ, ਕਹਿੰਦੇ ਇਹਨਾਂ ਨੇ ਸੌਖਾ ਕਰਕੇ ਸਮਝਾਤਾ
ਵੀ ਜੇ ਸੁੱਖ ਚਾਹੁੰਦੇ ਹੋ ਹਰਿਦੁਆਰ ਚੱਲ ਜਾਓ, ਰਿਸ਼ੀਕੇਸ਼ ਚੱਲ ਜਾਓ, ਧਾਰਮਿਕ ਸਥਾਨਾਂ ਤੇ ਜਾਓ, ਤੀਰਥਾਂ ਤੇ ਜਾਓ। ਉਹ ਆਪ ਵੀ ਗਏ, ਲੋਕਾਂ ਦੀਆਂ ਭੀੜਾਂ ਵੀ ਲੱਗ ਗਈਆਂ। ਜਿਹੇ ਪਾਛੇ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹਿਓ ਕਬੀਰ। ਕਹਿੰਦੇ ਜਿਹੜੇ ਰਸਤੇ ਮੈਂ ਚੱਲਦਾ ਰੱਬ ਵਾਲਾ ਰਾਹ ਤਾਂ ਬੰਦ ਹੋਇਆ ਪਿਆ, ਨਾ ਕੋਈ ਮੂਹਰੇ ਜਾਂਦਾ ਦੀਂਦਾ ਤੇ ਨਾ ਕੋਈ ਪਿੱਛੇ ਆਉਂਦਾ ਦੀਂਦਾ। ਐਸੇ ਹੀ ਹਾਲਾਤ ਗੁਰੂ ਪਿਆਰੀ ਸਾਧ ਸੰਗਤ ਆਪਣੇ ਹੋ ਜਾਣਗੇ ਜੇ ਅਸੀਂ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਨੂੰ ਧਿਆਨ ਨਾਲ ਨਾ ਪੜ੍ਹਿਆ, ਨਾ ਸੁਣਿਆ ਤੇ ਜੋ ਕਹਿੰਦੀ ਆ ਨਾ ਮੰਨਿਆ। ਹੱਥ ਬੰਨ ਕੇ ਬੇਨਤੀ, ਸੁਖੀ ਆਉਣਾ ਆਏ ਜੀ ਸਾਰੇ, ਇੱਛਾ ਲੈ ਕੇ ਆਏ ਆ ਨਾ ਘਰਾਂ ਤੋਂ ਵੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ। ਵੱਖ-ਵੱਖ ਮੰਗਾਂ ਹੋਣਗੀਆਂ ਸਾਡੀਆਂ, ਬਹੁਤ ਸਾਰੀਆਂ ਅਰਦਾਸਾਂ ਹੋਣਗੀਆਂ ਕਿ ਪਾਤਸ਼ਾਹ ਵਿਘਨ ਨਾ ਲੱਗੇ, ਸਾਡੇ ਕੋਈ ਦੁੱਖ ਨਾ ਆਵੇ। ਮਹਾਰਾਜ ਕਹਿੰਦੇ ਨਹੀਂ ਆਉਂਦਾ, ਨਹੀਂ ਆਉਂਦਾ, ਨਾ ਕੋਈ ਵਿਘਨ ਲੱਗੇ ਨਾ ਕੋਈ ਦੁੱਖ ਆਵੇ, ਪਰ ਇੱਕ ਕੰਮ ਕਰਨਾ ਪਊ। ਕਿਹੜਾ? ਮਹਾਰਾਜ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਰੜਾਇਆ। ਸੀ ਕਹਿੰਦੇ ਜੀ ਸਾਡੇ ਕੋਲੇ ਸਮਾਂ ਨਹੀਂ ਹੈ ਸਿਮਰਨ ਕਰਨ ਦਾ। ਜਿਹੜੇ ਇਨਸਾਨ ਕੋਲੇ ਆਪਦੇ ਲਈ ਸਮਾਂ ਨਹੀਂ ਹੈ ਉਹਨੂੰ ਅਸੀਂ ਕੀ ਕਹਾਂਗੇ ਜੀ? ਕੋਈ ਇਨਸਾਨ ਦੁਨੀਆ ਦੇ ਕੰਮ ਸਵਾਰੇ ਆਪ ਦਾ ਵਿਗਾੜ ਲੇ, ਉਹਨੂੰ ਫਿਰ ਕੀ ਕਹਿੰਦੇ ਆ ਜੀ? ਆਪਾਂ ਇਹੀ ਕਹਿੰਦੇ ਆ ਨਾ ਵੀ ਕਮਲਾ, ਲੋਕਾਂ ਦੇ ਸਵਾਰਦਾ ਫਿਰਦਾ ਤੇ ਆਪ ਦਾ ਵਿਗਾੜ ਲਿਆ। ਇਸੇ ਤਰ੍ਹਾਂ ਜੇ ਅਸੀਂ ਨਾ ਆਪ ਦਾ ਕਾਰਜ ਸਵਾਰਿਆ ਤਾਂ ਫਿਰ ਅਸੀਂ ਕੀ ਹੋਏ ਜੀ? ਉਹ ਪਾਤਸ਼ਾਹ ਸਮਝਾਉਂਦੇ ਨਾ, ਬੈਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਤੇ ਕੀ ਫਿਰ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ? ਕਹਿੰਦੇ ਨਹੀਂ ਲੋੜ ਤੁਹਾਨੂੰ ਜੰਗਲਾਂ 'ਚ ਜਾਣ ਦੀ, ਨਹੀਂ ਲੋੜ ਤੁਹਾਨੂੰ ਭੁੱਖੇ ਰਹਿਣ ਦੀ, ਨਹੀਂ ਲੋੜ ਤੁਹਾਨੂੰ ਪੁੱਠੇ ਲਟਕਣ ਦੀ, ਤੁਸੀਂ ਆਪਣੇ ਪਰਿਵਾਰਾਂ 'ਚ ਰਹੋ। ਨਹੀਂ ਲੋੜ ਅੰਨ ਛੱਡਣ ਦੀ, ਨਹੀਂ ਲੋੜ ਨੀਂਦੇ ਮਰਨ ਦੀ, ਪਰ ਇੱਕ ਕੰਮ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਬਚਨ ਆਪਾਂ ਪੜ੍ਹਦੇ ਆ। ਮਹਾਰਾਜ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ ਸਿੱਖਾ। ਤੈਨੂੰ ਆ ਸੰਨਿਆਸ ਲੈਣ ਦੀ ਲੋੜ ਨਹੀਂ ਕਿ ਘਰ-ਬਾਰ ਛੱਡ ਕੇ ਭੱਜੇ, ਤੂੰ ਐਸਾ ਸੰਨਿਆਸ ਧਾਰਨ ਕਰ। ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਆ ਜਿਹੜੀਆਂ ਜਾਇਦਾਦਾਂ, ਪ੍ਰਾਪਰਟੀਆਂ, ਕੋਠੀਆਂ, ਮਕਾਨ ਮਿਲੇ ਆ, ਇਹਨਾਂ ਦਾ ਮਾਲਕ ਨਾ ਬਣ ਕੇ ਬੈਠ। ਪ੍ਰਭੂ ਦਾ ਸ਼ੁਕਰ ਕਰ ਕਿ ਤੈਨੂੰ ਰਹਿਣ ਬਸੇਰੇ ਵਾਸਤੇ ਸਹੂਲਤਾਂ ਦਿੱਤੀਆਂ। ਇਹਨਾਂ ਚੀਜ਼ਾਂ ਤੋਂ ਮਨ ਨੂੰ ਪਿੱਛੇ ਮੋੜ ਕੇ ਰੱਖ। ਬਨਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਪਾਤਸ਼ਾਹ ਨੂੰ ਬੇਨਤੀ ਕੀਤੀ। ਪਾਤਸ਼ਾਹ ਲੋਕ ਵੱਡੀਆਂ ਜਟਾਂ ਬਣਾਈ ਫਿਰਦੇ ਆ, ਕੋਈ ਨੌ ਵਧਾਈ ਫਿਰਦਾ ਹੱਥਾਂ ਦੇ, ਕੋਈ ਹੋਰ ਯਤਨ ਕਰਦਾ। ਸਿੱਖ ਦੀਆਂ ਜਟਾਂ ਕਿਹੋ ਜੀਆਂ ਹੋਣੀਆਂ ਚਾਹੀਦੀਆਂ? ਧਿਆਨ ਚ ਰਹੀਏ। ਗੁਰੂ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਪੁਰਬ ਤੇ ਆਏ ਆ। ਮਹਾਰਾਜ ਕਹਿੰਦੇ ਮੇਰੇ ਸਿੱਖ ਦਾ ਜਟਾਂ ਕਿਹੋ ਜੀਆਂ ਹੋਣੀਆਂ ਚਾਹੀਦੀਆਂ? ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸ਼ੋ, ਨਾਮ ਵਿਭੂਤ ਲਗਾਓ। ਨਹੀਂ ਲੋੜੋ ਭਾਈ ਤੁਹਾਨੂੰ ਪਿੰਡੇ ਤੇ ਸਵਾਹ ਮਲ ਕੇ ਫਿਰਨ ਦੀ, ਨਹੀਂ ਲੋੜ ਤੁਹਾਨੂੰ ਨਹੁੰ ਵਧਾਉਣ ਦੀ, ਨਹੀਂ ਲੋੜ ਤੁਹਾਨੂੰ ਜਟਾਂ ਰੱਖਣ ਦੀ। ਕਿਹੜੀਆਂ ਜਟਾਂ ਰੱਖੋ? ਪਾਤਸ਼ਾਹ ਨੇ ਅਖਲਾਕ ਦਿੱਤਾ। ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣੈ। ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਲਖਨ ਵਢਾਓ। ਨੇਮ ਕਹਿੰਦੇ ਆ ਨਿਜ਼ਮ ਨੂੰ। ਉਸ ਪ੍ਰਮਾਤਮਾ ਦੇ ਨਿਜ਼ਮ 'ਚ ਰਹਿਣਾ
ਇਹ ਨੌ ਬਦਾਲਾ। ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਗੁਰੂ ਦੇ ਗਿਆਨ ਦੁਆਰਾ ਆਤਮਿਕ ਉਪਦੇਸ਼ ਲੈ। ਕਿਤੇ ਸੋਚ ਕਿ ਮਨ ਕੀ ਆ, ਆਤਮਾ ਕੀ ਆ, ਪਰਮਾਤਮਾ ਕੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖਾਲਸ ਕੌਣ ਆ? ਅੱਜ ਤਾਂ ਅਸੀਂ ਵੀ ਕਹਿ ਦਿੰਨੇ ਆਪਦੇ ਆਪ ਨੂੰ ਵੀ ਅਸੀਂ ਖਾਲਸੇ ਆ। ਪੁੱਛੀਏ ਗੁਰੂ ਪਾਤਸ਼ਾਹ ਨੂੰ ਖਾਲਸ ਕੌਣ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਕਹਿੰਦੇ ਜਿਹੜੇ ਇਨਸਾਨ ਨੇ ਆਤਮ ਰਸ ਲੈ ਲਿਆ ਨਾ, ਜਿਹਨੂੰ ਰੋਜ਼ ਪੜ੍ਹਦੇ ਆ, ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਫੈਸਲੇ ਨੇ ਗੁਰੂ ਪਿਆਰਿਓ ਦੋ ਪੰਕਤੀਆਂ 'ਚ। ਇਹ ਵੱਖਰੀ ਗੱਲ ਆ ਗੁਰਬਾਣੀ ਪੜ੍ਹਨ ਵੇਲੇ ਸਾਡੀ ਸੁਰਤੀ ਕਿਤੇ ਹੋਰ ਹੋਵੇ, ਜਾਂ ਇਹਨੂੰ ਅਸੀਂ ਇਸ ਤਰ੍ਹਾਂ ਪੜ੍ਹ ਰਹੇ ਹਾਂ ਜਿਵੇਂ ਗੀਤ ਗਾਏ ਜਾ ਰਹੇ ਆ। ਗੀਤ ਥੋੜੋ, ਮਹਾਰਾਜ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਤਾਂ ਸਾਡੇ ਮੂਲ ਦੀ ਵਿਚਾਰ ਆ, ਸਾਰੀ ਸ੍ਰਿਸ਼ਟੀ ਦੀ ਵਿਚਾਰ ਆ, ਕਿਉਂਕਿ ਸ੍ਰਿਸ਼ਟੀ ਉਹਦੇ ਚੋਂ ਪੈਦਾ ਹੋਈ ਆ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ। ਜੇ ਇਹ ਸਾਡੇ ਕੋਲੇ ਰਸ ਦੀ ਪ੍ਰਾਪਤੀ ਨਹੀਂ ਤਾਂ ਮਹਾਰਾਜ ਕਹਿੰਦੇ ਖਾਲਸ ਨਹੀਂ। ਹੁਣ ਰਸ ਦੀ ਪ੍ਰਾਪਤੀ ਕਿਵੇਂ ਹੋਵੇ? ਸਾਡੇ ਮਨ ਨੂੰ ਨਾਮ ਦੀ ਵਿਭੂਤ ਕਿਵੇਂ ਲੱਗੇ? ਸਰੀਰ ਨੂੰ ਤਾਂ ਲਾ ਲੈਂਦੇ ਨਾ ਲੋਕ, ਸਵਾਹ ਮੜ ਲੈਣੀ, ਹੋਰ ਬਹੁਤ ਢੰਗ ਅਪਣਾ ਲੈਣੇ। ਹੁਣ ਨਾ ਤਾਂ ਮਨ ਦੀਂਦਾ ਜੀ, ਤੇ ਨਾ ਸਾਨੂੰ ਸਾਡਾ ਜਦੋਂ ਮਨ ਹੀ ਨਹੀਂ ਦੀਂਦਾ ਫਿਰ ਉਹਨੂੰ ਵਿਭੂਤੀ ਕਿਵੇਂ ਲੱਗੇ? ਬੇਨਤੀ ਜਿੰਨੀ ਕਿ ਸੰਗਤ ਆਪਾਂ ਬੈਠੇ ਆ, ਤੁਹਾਡੇ 'ਚ ਤਾਂ ਭਲਾ ਕੋਈ ਬਹੁਤ ਉੱਚੀ ਅਵਸਥਾ ਵਾਲਾ ਹੋਵੇ, ਨਹੀਂ ਤਾਂ ਜਦੋਂ ਪਾਤਸ਼ਾਹ ਦੇ ਬਚਨ ਪੜ੍ਹਦੇ ਆ ਨਾ ਡਰ ਲੱਗਦਾ ਵੀ ਇਸ ਤਨ ਮੈਂ ਮਨ ਕੋਈ ਗੁਰਮੁਖ ਵੇਖੈ ਭਾਏ ਭਗਤ ਜਾਓ ਹਉਮੈ ਸੁਖ ਹੈ। ਵੀ ਕੋਈ ਇਨਸਾਨ ਜਿਹਨੇ ਇਸ ਤਨ ਦੇ ਅੰਦਰ ਆਪਣੇ ਮਨ ਨੂੰ ਵੇਖਿਆ, ਤੇ ਆਪਾਂ ਸਾਰੇ ਝਾਤੀ ਮਾਰ ਲੋ ਕਿੰਨਿਆਂ ਕਨੇ ਵੇਖ ਲਿਆ। ਜੇ ਨਹੀਂ ਵੇਖਿਆ, ਮਨ ਹੀ ਨਹੀਂ ਦੀਂਦਾ, ਪ੍ਰਮਾਤਮਾ ਕਿੱਥੇ ਨਜ਼ਰ ਆ ਜਾਊਗਾ? ਪਾਤਸ਼ਾਹ ਕਹਿੰਦੇ ਦੂਰ ਤਾਂ ਹੈ ਨਹੀਂ, ਅਗਮ ਰੂਪ ਕਾ ਮਨ ਮੈਂ ਵਾਸਾ। ਭਾਈ ਤੁਹਾਡੇ ਮਨ ਦੇ ਅੰਦਰ ਹੀ ਜਿਹੜਾ ਉਹ ਮਾਲਕ ਆ ਉਹਦਾ ਵਾਸਾ, ਪਰ ਦਿਖਾਈ ਨਹੀਂ ਦਿੰਦਾ। ਕਿਉਂ? ਜਿੰਨਾ ਚਿਰ ਸ਼ੀਸ਼ਾ ਸਾਫ਼ ਨਹੀਂ ਹੈ। ਹੁਣ ਸਰਦੀ ਦਾ ਮੌਸਮ ਆ, ਸ਼ੀਸ਼ੇ ਸਾਹਮਣੇ ਖੜ ਕੇ 2-3 ਲੰਬੇ ਸਾਹ ਲਓ, ਸਾਡੇ ਅੰਦਰੋਂ ਭਾਫ ਜੀ ਨਿਕਲੂਗੀ, ਸ਼ੀਸ਼ੇ ਤੇ ਜੰਮ ਜੂ, ਆਪਣਾ ਮੁਖ ਦਿਸੂਗਾ ਜੀ? ਕਦੇ ਨਹੀਂ ਦਿੰਦਾ। ਸ਼ੀਸ਼ਾ ਸਾਫ਼ ਕਰ ਲਾਂਗੇ ਤਾਂ ਦਿਸਣ ਲੱਗ ਜੂ। ਐਸਾ ਹੀ ਰੂਪ ਪਰਮਾਤਮਾ ਦਾ ਦੱਸਿਆ, ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਣ ਮਾਹੇ ਬਦਨ ਪ੍ਰਵਾਨੀ, ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਹੁਣ ਜਿੰਨਾ ਚਿਰ ਸਾਡੇ ਮਨ ਦੇ ਉੱਪਰ ਕਰੋੜਾਂ ਮਣ ਮੈਲ ਲੱਗੀ ਆ, ਬਕਾਰਾਂ ਦੀ, ਵਿਚਾਰਾਂ ਦੀ, ਈਰਖਾ ਦੀ, ਨਫ਼ਰਤ ਦੀ, ਦੁਬਦਾ ਦੀ, ਰੱਬ ਸਾਡੇ ਤੇ ਕਿੱਥੇ ਖੁਸ਼ ਹੋ ਜੂ ਜੀ? ਪਰਮਾਤਮਾ ਕਿੱਥੇ ਖੁਸ਼ ਹੋ ਜੂ? ਤੇ ਜਿੰਨਾ ਚਿਰ ਉਹਦੀ ਨਜ਼ਰ ਨਹੀਂ, ਜਿੰਨਾ ਕੋਈ ਮਰਜ਼ੀ ਭੱਜ ਲੇ। ਪਾਤਸ਼ਾਹ ਦੀ ਜਦੋਂ ਬਾਣੀ ਪੜ੍ਹਦੇ ਆ ਨਾ, ਕੰਬ ਉੱਠਦਾ ਮਨ, ਜਦੋਂ ਧਿਆਨ ਨਾਲ ਪੜ੍ਹਦੇ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਦੇ ਅੰਦਰ ਐਸਾ ਕੋਈ ਇਨਸਾਨ ਹੋਵੇ, ਅੱਜ ਗਿਆਨ ਦੀ ਬੜੀ ਹਉਮੈ ਆ ਸੰਸਾਰ ਦੇ ਅੰਦਰ, ਸਾਰਿਆਂ ਨੂੰ ਤੰਗ ਕਰਦਾ ਸਾਨੂੰ ਧਰਮ ਦਾ ਗਿਆਨ। ਜਿਹਦੇ ਕੋਲੇ ਬਾਹਲਾ ਹੋ ਗਿਆ ਉਹ ਕਹਿੰਦੇ ਜੀ ਮੇਰੇ ਵਰਗਾ ਕੋਈ ਨਹੀਂ। ਚੰਗੀ ਗੱਲ ਆ ਧਰਮ ਦਾ ਗਿਆਨ ਲੈਣਾ, ਪਰ ਉਸ ਗਿਆਨ ਅਨੁਸਾਰ ਆਪਣੇ ਆਪ ਨੂੰ ਜੇ ਨਹੀਂ ਢਾਲਿਆ ਤਾਂ ਪਤਾ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਸਿਮਰਤ ਸ਼ਾਸਤਰ ਵੇਦ ਚਾਰ ਮੁਖਾਗਰ ਵਿਚਰੇ। ਕੋਈ ਇਨਸਾਨ 27 ਸਿਮਰਤੀਆਂ, 6 ਸ਼ਾਸਤਰ, 4 ਵੇਦ ਯਾਦ ਕਰ ਲੈ, ਜਵਾਨੀ ਸੌਖਾ ਨਹੀਂ ਹੈ। ਆਪਾਂ ਤੋਂ ਜਪਜੀ ਸਾਹਿਬ ਦਾ ਪਾਠ ਨਹੀਂ ਜਵਾਨੀ ਯਾਦ ਹੁੰਦਾ। ਇੰਨੀ ਪਾਤਸ਼ਾਹ ਕਹਿੰਦੇ ਮਿਹਨਤ ਕਰੇ ਤੇ ਉਹਨੂੰ ਲੋਕਾਂ ਨੂੰ ਸੁਣਾਵੇ।
ਸਿਮਰਤ ਸਾਸਤ ਵੇਦ ਚਾਰ ਮੁਖਾਗਰ ਵਿਚਰੇ ਤਪੀ ਤਪੀਸ਼ਰ ਜੋਗੀਆ ਤੀਰਥ ਗਵਨ ਕਰੇ। ਕਹਿੰਦੇ ਬਹੁਤ ਵੱਡੇ ਵੱਡੇ ਤਪ ਕਰੇ, ਤਪੀਸ਼ਰ ਬਣ ਜੇ, ਤੀਰਥਾਂ ਤੇ ਜਾਵੇ। ਅੱਗੇ ਕੀ ਕਿਹਾ? ਕਹਿੰਦੇ ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਹਾਏ। ਬ੍ਰਾਹਮਣਾਂ ਦੇ 6 ਕਰਮ ਨੇ, ਕਹਿੰਦੇ ਦੁੱਗਣੇ ਕਰੇ, ਪੂਜਾ ਨਹਾ ਕੇ ਕਰੇ। ਅੱਗੇ ਫਿਰ ਬਹੁਤ ਸਖਤੀ ਆ ਮਹਾਰਾਜ ਦੀ। ਪਤਾ ਕੀ ਕਹਤਾ? ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ ਰੰਗ ਨਾ ਲੱਗਈ ਪਾਰ ਬ੍ਰਹਮ, ਸਰ ਪਰ ਨਰਕੇ ਜਾਏ। ਜੇ ਇੰਨੇ ਕਰਮ ਕਰਨ ਦੇ ਬਾਅਦ ਵੀ ਸਾਨੂੰ ਪਰਮੇਸ਼ਰ ਦਾ ਰੰਗ ਨਹੀਂ ਚੜਿਆ ਸਾਡੇ ਮਨ ਨੂੰ, ਪਾਤਸ਼ਾਹ ਕਹਿੰਦੇ ਇਹੋ ਜਿਹੇ ਇਨਸਾਨ ਤਾਂ ਫਿਰ ਜ਼ਰੂਰ ਨਰਕਾਂ ਨੂੰ ਜਾਣਗੇ। ਇਹ ਆਪਾਂ ਵੇਖਣਾ ਹੁਣ ਕਿ ਕਿੰਨਾ ਕੁ ਰੰਗ ਚੜਿਆ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਦੇ ਮਨ ਦੀ ਹਾਲਤ ਦਾ। ਦੂਸਰੇ ਦੀ ਤਾਂ ਚਲੋ ਦੇਖਣ ਦੀ ਲੋੜ ਨਹੀਂ, ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਫਰੀਦਾ ਜੇ ਤੋ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੜੇ ਗਰੀਵਾਨ ਮੇ ਸਿਰ ਨੀਵਾਂ ਕਰ ਦੇਖ। ਕਲਗੀਧਰ ਪਾਤਸ਼ਾਹ ਕਹਿੰਦੇ ਤੁਹਾਨੂੰ ਭੋਜਨ ਛੱਡਣ ਦੀ ਲੋੜ ਨਹੀਂ ਹੈ। ਛੋੜੈ ਅੰਨ ਕਰੈ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਕੀ ਕਰ ਮਹਾਰਾਜ? ਕਹਿੰਦੇ ਅਲਪ ਆਹਾਰ ਸੁਲਪ ਸੀ ਨਿੰਦਰਾ, ਦਿਆ ਸ਼ਮਾ ਤਨ ਪ੍ਰੀਤ ਸੀਲ ਸੰਤੋਖ, ਸਦਾ ਨਿਰਵਾਹੋ ਵੇ ਨਿਰਵਾਹੋ ਬੋ ਹੋਏ ਬੋ ਤ੍ਰੈ ਗੁਣ ਅਤੀਤ। ਕਹਿੰਦੇ ਤੇਰਾ ਸ਼ਾਂਤ ਸੁਭਾਅ ਹੋਣਾ ਚਾਹੀਦਾ। ਤੂੰ ਪਾਤਸ਼ਾਹ ਦੀ ਮੱਤ ਲੈ ਕੇ ਤ੍ਰੈ ਗੁਣਾ ਤੋਂ ਅਤੀਤ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੱਲਾ ਫਿਰ ਗਿਆਨ ਹੀ ਨਹੀਂ ਦਿੱਤਾ, ਮੈਦਾਨੇ ਜੰਗ ਦੇ ਅੰਦਰ ਵੀ ਆਪਣੇ ਸੁਭਾਅ ਨੂੰ ਸ਼ਾਂਤ ਰੱਖਿਆ, ਸਾਨੂੰ ਰੱਖ ਕੇ ਵਿਖਾਇਆ। ਪੈਂਦੇ ਖਾਨ ਨੇ ਬੰਗਾਰ ਪਾਤੀ, ਮੈਦਾਨੇ ਜੰਗ ਦੇ ਅੰਦਰ ਆ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ, ਕਹਿੰਦਾ ਗੋਬਿੰਦ ਤੂੰ ਵੀ ਆਪਦੇ ਆਪ ਨੂੰ ਸੂਰਮਾ ਕਹਾਉਣਾ ਤੇ ਮੈਂ ਵੀ ਸੂਰਮਾ ਕਹਾਉਣਾ। ਕੀ ਲੋੜ ਆ ਲੋਕਾਂ ਦੇ ਪੁੱਤ ਮਰਵਾਉਣ ਦੀ, ਆਪਾਂ ਦੋਨੇ ਹੀ ਲੜਾਈ ਕਰ ਲੈਂਦੇ ਆ। ਮਹਾਰਾਜ ਕਹਿੰਦੇ ਤੇਰੀ ਮਰਜ਼ੀ। ਆਮੋ ਸਾਹਮਣੇ ਘੋੜੇ ਹੋਏ। ਪੈਂਦੇ ਖਾਨ ਨੇ ਬੋਲਿਆ, ਕਹਿੰਦਾ ਜੀ ਬਾਰ ਕਰੋ ਮੇਰੇ ਤੇ। ਉਹਨੂੰ ਬਹੁਤ ਹੰਕਾਰ ਸੀ ਆਪਦੀ ਸੂਰਮਗਤੀ ਦਾ, ਤੇ ਇੱਕ ਸੰਜੋਗ ਪਾਈ ਹੋਈ ਸੀ ਸਾਰੇ ਸਰੀਰ ਦੇ ਉੱਪਰ ਕਿ ਮੇਰੇ ਤੇ ਕਿਹੜਾ ਕੋਈ ਸ਼ਸਤਰ ਦਾ ਵਾਰ ਹੋਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡਾ ਤਾਂ ਇਹ ਧਰਮ ਨਹੀਂ ਹੈ, ਬਿਰਦ ਨਹੀਂ ਹੈ, ਤੂੰ ਚੜ ਕੇ ਆਇਆ, ਤੂੰ ਵਾਰ ਕਰ। ਪੈਂਦੇ ਖਾਨ ਨੇ 3 ਵਾਰ ਕੀਤੇ, ਕੱਟੇ ਗਏ। ਫਿਰ ਗੁਰੂ ਪਾਤਸ਼ਾਹ ਨੇ ਵੇਖੋ ਗੁਰਮੁਖਾਂ ਪਾਸੋਂ ਸਰਵਣ ਕਰ ਰਹੇ ਸੀ ਨਾ, ਕਿੱਡੀ ਦਇਆ। ਮਹਾਰਾਜ ਨੇ ਤੀਰ ਚੜਾਇਆ ਚਿੱਲੇ ਤੇ, ਸ਼ਬਦ ਬੋਲੇ। ਕੀ ਬੋਲੇ? ਕਹਿੰਦੇ ਐ ਨਿਰੰਕਾਰ ਮੈਨੂੰ ਇਸ ਗੱਲ ਦਾ ਗਿਆਨ ਆ ਕਿ ਹਰ ਮੈਂ ਨਰ ਹੈ, ਨਰ ਮੈਂ ਹਰ ਹੈ, ਵੀ ਸਾਰੇ ਤੇਰੇ ਹੀ ਆ ਤੇ ਸਾਰਿਆਂ ਦੇ ਅੰਦਰ ਤੂੰ ਬੈਠਾ। ਮੈਂ ਤੇਰੇ ਸਰਗੁਣ ਸਰੂਪ ਤੇ ਨਹੀਂ ਤੀਰ ਚਲਾ ਰਿਹਾ, ਮੇਰੇ ਸਾਹਮਣੇ ਇੱਕ ਹੰਕਾਰ ਬੋਲ ਰਿਹਾ। ਮੇਰੇ ਤੇ ਕਿਰਪਾ ਕਰ, ਮੈਂ ਉਹ ਹੰਕਾਰ ਨੂੰ ਖਤਮ ਕਰਾਂ। ਆਵਾਜ਼ ਦਿੱਤੀ, ਪੈਂਦੇ ਖਾਨ ਆਪਣੇ ਅੱਲਾ ਖੁਦਾ ਨੂੰ ਯਾਦ ਕਰ, ਤੇਰਾ ਅੰਤਮ ਸਮਾਂ ਨੇੜਿਓ। ਬਹੁਤ ਹੱਸਿਆ। ਕਹਿੰਦਾ ਗੋਬਿੰਦ ਬਹੁਤ ਵੱਡੀ ਭੁੱਲ ਚਾਂ ਤੂੰ। ਮਹਾਰਾਜ ਕਹਿੰਦੇ ਕਿਉਂ? ਮੇਰੇ ਤਾਂ ਸਰੀਰ ਦੇ ਉੱਪਰ ਇੰਨਾ ਮੈਂ ਇੰਤਜ਼ਾਮ ਕਰਕੇ ਆਇਆ, ਤੇਰਾ ਤੀਰ ਮੇਰੇ ਸਰੀਰ ਦੇ ਪਹਿਲੀ ਗੱਲ ਤਾਂ ਨੇੜੇ ਨਹੀਂ ਆਉਂਦਾ, ਜੇ ਨੇੜੇ ਵੀ ਆ ਗਿਆ ਤਾਂ ਮੇਰਾ ਨੁਕਸਾਨ ਨਹੀਂ ਕਰ ਸਕਦਾ, ਮੈਂ ਤਾਂ ਲੋਹੇ ਦਾ ਸੰਜੋਗ ਚੜਾਇਆ ਹੋਇਆ। ਮਹਾਰਾਜ ਕਹਿੰਦੇ ਤੇਰਾ ਭਰਮ ਆ, ਭਰਮ ਆ ਪੈਂਦੇ ਖਾਨ। ਉਹਨੇ ਕੰਨ ਦੇ ਉੱਪਰ ਵੀ ਆਪਣੀ ਜਾਲੀ ਜੀ ਕੀਤੀ ਵੀ ਇਹ ਵੀ ਢੱਕ ਲਾਂ। ਪਾਤਸ਼ਾਹ ਕਹਿੰਦੇ ਜੋ ਹੀਲਾ ਹੁੰਦਾ ਕਰ, ਪਰ ਤੈਨੂੰ ਇੱਕ ਇਹ ਬੇਨਤੀ ਆ, ਅੱਲਾ ਖੁਦਾ ਨੂੰ ਯਾਦ ਕਰ। ਪਾਤਸ਼ਾਹ ਨੇ ਮਾਰ ਕੇ ਤੀਰ ਕੰਨ ਥਾਈ ਲੰਘਾ ਕੇ ਢੇਰੀ ਕਰਤਾ ਤੇ ਕੜਕ ਦੇਣੇ ਜਾ ਡਿੱਗਿਆ। ਉਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੇਨਤੀ ਕੀਤੀ ਕਿ ਐ ਨਿਰੰਕਾਰ, ਮੈਂ ਤੇਰੇ ਸਰਗੁਣ ਸਰੂਪ ਤੇ ਨਹੀਂ ਹਮਲਾ ਕਰ ਰਿਹਾ। ਮਿਲੂਗਾ ਜੀ ਇਹੋ ਜਿਹਾ ਗੁਰੂ ਕਿਤੇ, ਜਿਹੜਾ ਦੁਸ਼ਮਣਾਂ ਨੂੰ ਵੀ ਇਹ ਕਹਿੰਦਾ ਅੰਤਮ ਸਮੇਂ ਕਿ ਅੱਲਾ ਖੁਦਾ ਨੂੰ ਯਾਦ ਕਰ। ਉਸੇ ਦੇ ਪਾਵਨ ਬਚਨ ਨੇ ਕਹਿੰਦੇ ਅਲਪ ਆਹਾਰ ਥੋੜਾ ਖਾਇਆ ਕਰ, ਸੁਲਪ ਸੀ ਨਿੰਦਰਾ ਥੋੜਾ ਸੋਇਆ ਕਰ,
ਅਲਪਹਾਰ ਸੁਲਫਸੀ ਨਿੰਦਰਾ, ਦਿਆ ਸ਼ਮਾ ਤਨ ਪ੍ਰੀਤ। ਤੇਰੇ 'ਚ ਸਿੱਖਾ ਦਿਆ ਵੀ ਹੋਣੀ ਚਾਹੀਦੀ ਹੈ, ਕਿਸੇ ਨੂੰ ਖਿਮਾ ਕਰਨ ਦੀ। ਅੱਜ ਅਸੀਂ ਕਈ ਵਾਰ ਧਰਮੀ ਤਾਂ ਬਣ ਜਾਂਦੇ ਆ, ਪਰ ਦਿਆ ਨਹੀਂ ਹੁੰਦੀ ਸਾਡੇ 'ਚ। ਜਿਹੜੇ ਇਨਸਾਨ 'ਚ ਦਿਆ ਨਹੀਂ, ਉਹ ਧਰਮੀ ਕਿੱਥੋਂ ਹੋ ਜੂ ਜੀ। ਧੌਲ ਧਰਮ ਦਿਆ ਕਾ ਪੂਤ, ਸੀਲ ਸੰਤੋਖ ਸਦਾ ਨਿਰਵਾਹੋ ਵੇ, ਹੋਵੇ ਹੋਏ ਬੋ ਤ੍ਰੈ ਗੁਣ ਅਤੀਤ। ਅਖੀਰ ਫਿਰ ਕੀ ਸਮਝਾਇਆ? ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹਠ, ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨਾ ਮਨ ਸਿਉ ਲਿਆਵੇ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕੈ ਪਾਵੇ। ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਨਹੀਂ ਪਾਉਂਦੇ, ਅਸੀਂ ਆਪਣੀ ਆਤਮਿਕ ਤੱਤ ਨੂੰ ਨਹੀਂ ਵੇਖਦੇ, ਉਨਾ ਚਿਰ ਮੁਕਤੀ ਕਿੱਥੋਂ ਹੋ ਜੂਗੀ। ਬੰਧਨ ਨੇ ਪੈਰ ਪੈਰ ਤੇ ਇਮਤਿਹਾਨ, ਮੁਕਤੀ ਕਿੱਥੋਂ ਹੋ ਜੂਗੀ। ਹਾਂ ਹੋ ਸਕਦੀ ਹੈ, ਸਾਤੋਂ ਆਪਦੀ ਮਤ ਨਾਲ ਨਹੀਂ। ਫਿਰ ਜਦੋਂ ਅਸੀਂ ਗੁਰੂ ਦੇ ਬਚਨ ਮੰਨਾਂਗੇ ਨਾ, ਤਜਹੋ ਸਿਆਣਪ ਸੁਰਜਨ ਹੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਜਿੱਦੇ ਗੁਰੂ ਕੋਲੇ ਆ ਕੇ ਢਹਿ ਪਿਆ ਨਾ, ਸਰੀਰ ਤਾਂ ਢਹਿੰਦਾ, ਮਨ ਕਿਸੇ ਬਿਰਲੇ ਬਿਰਲੇ ਦਾ ਢਹਿੰਦਾ। ਜਿੰਨਾ ਚਿਰ ਪਾਤਸ਼ਾਹ ਕੋਲੇ ਆ ਕੇ ਅਸੀਂ ਚੁੱਪ ਕਰਨਾ ਨਹੀਂ ਨਾ ਸਿੱਖਦੇ, ਮੂੰਹ ਤੋਂ ਚੁੱਪ ਨਹੀਂ, ਮਨ ਦੀ ਚੁੱਪ। ਮੂੰਹ ਤੋਂ ਤਾਂ ਸਾਰੇ ਹੀ ਚੁੱਪ ਕਰ ਜਾਂਦੇ ਆ। ਜਿੰਨਾ ਚਿਰ ਸਾਡਾ ਮਨ, ਬੇਨਤੀ ਸਾਰਿਆਂ ਨੂੰ, ਆਪਾਂ ਪਾਤਸ਼ਾਹ ਦੇ ਬਚਨ ਮੰਨ ਕੇ ਨਾ ਪ੍ਰਮਾਤਮਾ ਦਾ ਭਜਨ ਕਰਨਾ ਸ਼ੁਰੂ ਕਰੀਏ, ਜੋ ਛੱਡ ਚੁੱਕੇ ਆ। ਪੜ੍ਹਦੇ ਵੀ ਆ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਕਰਨਾ ਭਾਈ ਕਿਹਨੇ ਆ? ਲੋਕਾਂ ਨੂੰ ਥੋੜੋ ਸੁਣਾਉਣਾ, ਸਾਨੂੰ ਹੁਕਮ ਆ। ਜਿੱਦੇ ਅਸੀਂ ਇਸ ਗੱਲ ਨੂੰ ਅਪਣਾ ਲਿਆ, ਪਾਤਸ਼ਾਹ ਦੀ ਹਜ਼ੂਰੀ 'ਚ ਬਹਿ ਕੇ ਗੱਲ ਆਪਾਂ ਦਾਅਵੇ ਨਾਲ ਕਹਿ ਸਕਦੇ ਆ, ਗੁਰੂ ਗ੍ਰੰਥ ਸਾਹਿਬ ਦੇ ਕੋਲੇ ਆ ਕੇ ਬੋਲਿਆ ਨਹੀਂ ਜਾਊਗਾ, ਚੁੱਪ ਹੋ ਜੂ ਮਨ। ਕਿੱਥੇ ਆ ਜਾਊਗਾ? ਇੱਕ ਹੀ ਗੱਲ ਤੇ ਕਿ ਪਾਤਸ਼ਾਹ ਕਿਰਪਾ ਕਰਦੀ ਬਸ। ਜਿਨ੍ਹਾਂ ਨੇ ਫਿਰ ਆਪਣੇ ਮਨ ਨੂੰ ਚੁੱਪ ਕਰਾ ਲਿਆ, ਉਹਨਾਂ ਤੇ ਪਾਤਸ਼ਾਹ ਦੀ ਨਜ਼ਰ ਹੁੰਦੀ ਹੈ। ਤੇ ਜਿਹਦੇ ਤੇ ਫਿਰ ਨਜ਼ਰ ਹੁੰਦੀ ਆ, ਕੀ ਪੜ੍ਹਦੇ ਆ ਬਾਣੀ 'ਚ? ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਤਨ ਮਨ ਸੀਤਲ ਹੋਏ। ਆਪਾਂ ਕੋਸ਼ਿਸ਼ ਕਰੀਏ, ਜਿਵੇਂ ਸੰਸਾਰ ਦੇ ਹੋਰ ਕੰਮਾਂ ਦੇ ਲਈ ਬੜੇ ਉਦਮ ਕਰਦੇ ਆ। ਇੱਕ ਦਿਨ ਇੱਕ ਸਿੱਖ ਮਿਲਿਆ ਸਾਨੂੰ, ਪਿਆਰ ਸੀ ਸਾਡਾ ਉਹਦੇ ਨਾਲ, ਬਚਪਨ ਦਾ ਦੋਸਤ ਸੀ। ਹੁਣ ਬਾਹਰਲੇ ਦੇਸ਼ ਚਲਿਆ ਗਿਆ, ਪੈਸਾ ਬਹੁਤਾ ਦਿੱਤਾ ਰੱਬ ਨੇ। ਮੈਂ ਕਿਹਾ ਸਿੱਖਾ ਇੱਕ ਬੇਨਤੀ ਆ। ਕਹਿੰਦਾ ਜੀ ਦੱਸੋ। ਮੈਂ ਕਿਹਾ ਉਹ ਤਾਂ ਸਾਨੂੰ ਸਾਡੇ ਟੀਚਰ ਨੇ ਸਮਝਾਇਆ, ਭਾਈ ਸੇਵਾ ਸਿੰਘ ਤਰਮਾਲਾ ਨੇ, ਵੀ ਤੁਹਾਤੋਂ ਤੁਹਾਡੇ ਦੋਸਤ ਨਹੀਂ ਬਹੁਤਾ ਲਾਹਾ ਲੈਣਗੇ, ਰਿਸ਼ਤੇਦਾਰ ਵੀ ਨਹੀਂ ਲੈਣਗੇ, ਹੋਰ ਲੋਕ ਬਹੁਤ ਲੈ ਜਾ ਕਰਨਗੇ। ਮੈਂ ਕਿਹਾ ਜੀ ਰੱਬ ਦਾ ਭਜਨ ਕਰ ਲਿਆ ਕਰੋ। ਕਹਿੰਦਾ ਜੀ ਜਦੋਂ ਰੱਬ ਕਹੂਗਾ ਕਰ ਲਾਂਗੇ। ਮੈਂ ਕਿਹਾ ਸਿੱਖਾ ਫਿਰ ਇੱਕ ਬੇਨਤੀ ਮੰਨੇਗਾ? ਕਹਿੰਦਾ ਦੱਸੋ। ਮੈਂ ਕੱਲ ਨੂੰ ਰੋਟੀ ਨਹੀਂ ਖਾਣੀ ਆਪਾਂ, ਜਿੰਨਾ ਚਿਰ ਰੱਬ ਬਾਂਹ ਫੜ ਕੇ ਨਹੀਂ ਕਹਿੰਦਾ ਵੀ ਉੱਠ ਭਾਈ ਰੋਟੀ ਖਾ, ਨਾ ਕੰਮ ਤੇ ਜਾਣਾ। ਜਦੋਂ ਰੱਬ ਕਹੂਗਾ ਨਾ ਆ ਕੇ ਵੀ ਉਹ ਚੱਲ ਕੰਮ ਤੇ ਚੱਲ, ਫੇਰ ਜਾਣਾ। ਕਹਿੰਦਾ ਜੀ ਉਹ ਤਾਂ ਉਦਮ ਕਰਨਾ ਪਊ। ਮੈਂ ਫਿਰ ਬਾਣੀ ਵੀ ਇਸੇ ਗੱਲ ਨੂੰ ਕਹਿੰਦੀ ਆ ਵੀ ਉਦਮ ਕਰੇਂਦਿਆਂ ਜੀਓ, ਤੂੰ ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭ ਮਿਲ ਉਤਰੇ ਮਨ ਕੀ ਚਿੰਤ। ਖਿਆਲ ਰੱਖ ਕੇ ਚੱਲਿਓ, ਜਿਹੜਾ ਇਨਸਾਨ ਸੰਗਤ ਨਹੀਂ ਕਰਦਾ, ਜਿਹੜੇ ਮਾਲਕ ਨੇ ਸਾਨੂੰ ਪੈਦਾ ਕਰਿਆ, ਜੀ ਤੋਂ ਦਾਤਾਂ ਮੰਗਦੇ ਆ, ਜੇ ਉਹਨੂੰ ਨਹੀਂ ਜਾਣਿਆ ਪਤਾ ਸਾਨੂੰ ਕੀ ਕਹਿੰਦੇ। ਮਹਾਰਾਜ ਕਹਿੰਦੇ ਬਿਨ ਸੰਗਤੀ ਸਭ ਐਸੇ ਰਹਿ, ਕਿਹੇ ਜੇ ਜੈਸੇ ਪਛ ਢੋਰ, ਜਿਨ ਕੀਤੇ ਤਿਸੇ ਨਾ ਜਾਣਨੀ, ਬਿਨ ਨਾਵੇ ਸਭ ਚੋਰ। ਚੋਰ ਬਣਨਾ ਜੀ ਆਪਾਂ। ਚੋਰ ਦੀ ਕਿੰਨੀ ਕੁ ਇੱਜ਼ਤ ਆ। ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਆਪਾਂ ਨੂੰ ਅਕਲ ਦੀ ਕਲਾ ਵਾਹਿਗੁਰੂ ਨੇ ਦਿੱਤੀ ਆ, ਬੜਾ ਇਹਦਾ ਇਸਤੇਮਾਲ ਕਰਦੇ ਆ, ਦੁਨੀਆ ਦੇ ਪੈਸੇ ਨੂੰ ਸੰਭਲ ਕੇ ਵਰਤਦੇ ਆ। ਆ ਜਿਹੜੀ ਪ੍ਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਆ, ਇਹਦਾ ਵੀ ਠੀਕ ਇਸਤੇਮਾਲ ਕਰੀਏ।
ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਤੇ ਚੱਲੀਏ, ਕਿਰਤ ਨਾਲ ਵੀ ਜੁੜੀਏ, ਨਾਮ ਵੀ ਜਪੀਏ ਤੇ ਕਿਸੇ ਗਰੀਬ ਦਾ ਦਰਦ ਵੀ ਵੰਡਾ ਲਿਆ ਕਰੀਏ, ਵੰਡ ਕੇ ਵੀ ਛਕੀਏ। ਇਹ ਬੇਨਤੀਆਂ ਨੇ, ਸਮਾਂ ਖਤਮ ਹੋ ਗਿਆ, ਪੂਰਾ ਹੋ ਗਿਆ। ਸਾਸ ਗਰਾਸ ਵਿਧੀ ਦੁਆਰਾ ਸਾਰੀਆਂ ਸੰਗਤਾਂ ਨੂੰ ਬੇਨਤੀ, ਇੱਥੇ ਬਹੁਤ ਸਾਰੇ ਗੁਰਮੁਖ ਹੈਗੇ, ਭਾਈ ਗੁਰਮੇਲ ਸਿੰਘ ਜੀ, ਆਪਣੇ ਹਰੀ ਸਿੰਘ ਜੀ, ਹੋਰ ਬਹੁਤਿਆਂ ਦੇ ਅਸੀਂ ਨਾਂ ਨਹੀਂ ਜਾਣਦੇ, ਜਿਹੜੇ ਸੰਗਤ ਕਰਦੇ ਆ ਪ੍ਰਭ ਮਿਲਣੀ ਕਾ ਚਾਓ। ਜਿੱਥੇ ਇਹ ਦ੍ਰਿੜ ਕਰਵਾ ਦਿੱਤਾ ਗਿਆ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਸੱਜਣਾ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰ ਧੰਨਵਾਦ, ਜਿਨ੍ਹਾਂ ਨੇ ਕਿਰਪਾ ਕਰਕੇ ਨਾ ਆਪਾਂ ਨੂੰ ਆਪਦੀ ਗੋਦ 'ਚ ਬਿਠਾਇਆ। ਬਸ ਇੱਥੇ ਹੀ ਬਹਿਣਾ ਔਖਾ, ਅਸੀਂ ਘੰਟਿਆਂ ਵੱਧੀ ਵਾਰ ਗੱਲਾਂ ਤਾਂ ਕਰ ਲਾਂਗੇ, ਇੱਥੋਂ ਕੰਨੀ ਕਤਰਾਈ ਜਾ ਰਹੀ ਆ। ਪੜ੍ਹਦੇ ਵੀ ਰੋਜ਼ ਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਾਰੀਆਂ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ